Good morning, 7th class. My name is Mandeep Kaur, teacher of Guru Hargobind Public High School, Fatehgarh. This is part 5 video for your second chapter of civics. So continue with the chapter ਪੋਲੀਟੀਕਲ ਪਾਰਟੀਜ਼। ਹਾਂਜੀ, ਚੈਪਟਰ ਦੇ ਵਿੱਚ ਬੇਟਾ ਆਪਾਂ ਇਲੈਕਸ਼ਨਸ ਦੇ ਬਾਰੇ ਪੜ੍ਹ ਰਹੇ ਸੀ ਕਿ ਕਿੱਦਾਂ ਹੁੰਦੇ ਆ, ਕਿੱਦਾਂ ਇਹਨਾਂ ਨੂੰ ਮਤਲਬ ਮੈਨਟੇਨ ਕੀਤਾ ਜਾਂਦਾ, ਕਿੱਦਾਂ ਗਵਰਨਮੈਂਟ ਬਣਦੀ ਆ। ਬਟ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਦੈਟ ਇਜ਼ ਪੋਲੀਟੀਕਲ ਪਾਰਟੀਜ਼। ਕਹਿੰਦੇ ਗੋ ਥਰੂ ਦਾ ਲਿਸਟ ਗਿਵਨ ਬਿਲੋ, ਨੀਚੇ ਇੱਕ ਲਿਸਟ ਦਿੱਤੀ ਆ ਉਹਦੇ ਗੋ ਥਰੂ ਹੋਊ ਜੀ। ਇੰਡੀਅਨ ਨੈਸ਼ਨਲ ਕਾਂਗਰਸ ਜਾਂ ਫਿਰ INC, ਜਨਤਾ ਦਲ, ਭਾਰਤੀ ਜਨਤਾ ਪਾਰਟੀ ਦੈਟ ਇਜ਼ BJP, ਕਮਿਊਨਿਸਟ ਪਾਰਟੀ ਆਫ ਇੰਡੀਆ। ਇਹ ਕੀ ਨੇ ਬੇਟਾ? ਇਹ ਕੀ ਆ? ਪਾਰਟੀਜ਼ ਦੇ ਨੇਮ ਨੇਗੇ ਜਿਹੜੇ ਕੀ ਦਿੱਤੇ ਹੋਏ ਆ, ਮਤਲਬ ਅਲੱਗ-ਅਲੱਗ ਨੇਗੇ ਹਰ ਇੱਕ ਜਗ੍ਹਾ ਦੇ ਲਈ। ਠੀਕ ਹੈ ਜੀ, ਜਿਵੇਂ ਮੁਸਲਿਮ ਲੀਗ ਹੋ ਗਿਆ, ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਇਹ ਆਪਾਂ ਨੂੰ ਆਮ ਸੁਣਨ 'ਚ ਮਿਲਦੇ ਆ। ਠੀਕ ਹੈ ਜੀ, ਕਹਿੰਦੇ ਵਾਟ ਆਰ ਦੀਜ਼ ਨੇਮਸ, ਇਹ ਨੇਮ ਕਿਹੜੇ ਆ? These are the names of some of the political parties of India। ਕਿ ਭਾਰਤ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਜ਼ ਨੇਗੇ ਉਹਨਾਂ ਦੇ ਨਾਮ ਨੇਗੇ। ਜਿਵੇਂ ਪੰਜਾਬ ਦੇ ਵਿੱਚ ਆਪਾਂ 2-3 ਤਾਂ ਦੇਖਣ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਹੋ ਗਈ। ਠੀਕ ਹੈ ਜੀ, ਇੰਡੀਅਨ ਨੈਸ਼ਨਲ ਕਾਂਗਰਸ ਮਤਲਬ ਕਾਂਗਰਸ ਹੋ ਗਈ, ਜਾਂ ਫਿਰ ਆਪਾਂ BJP ਸੁਣਦੇ ਹਾਂ। ਕਹਿੰਦੇ ਅ ਪੋਲੀਟੀਕਲ ਪਾਰਟੀ ਇਜ਼ ਅ ਗਰੁੱਪ ਆਫ ਪੀਪਲ who voluntarily decide to enter politics and who aspire to run the government if elected to power। ਕੀ ਕਹਿੰਦੇ ਹੈ? ਕਹਿੰਦੇ ਜਿਹੜੀ ਪੋਲੀਟੀਕਲ ਪਾਰਟੀ ਹੁੰਦੀ ਹੈ, ਇੱਕ ਰਾਜਨੀਤਿਕ ਪਾਰਟੀ, ਕੀ ਹੁੰਦਾ ਹੈ? ਇਹ ਕੀ ਹੁੰਦਾ ਹੈ? ਇਜ਼ ਅ ਗਰੁੱਪ ਆਫ ਪੀਪਲ, ਲੋਕਾਂ ਦਾ ਇੱਕ ਗਰੁੱਪ ਹੁੰਦਾ, ਇੱਕ ਸਮੂਹ ਹੁੰਦਾ ਜਿਹੜੀ ਕੀ ਕਰਦੀ ਆ, ਪੋਲੀਟਿਕਸ ਦੇ ਵਿੱਚ ਆਉਣ ਲਈ ਕੀ ਕਰਦੀ ਆ, ਡਿਸਾਈਡ ਕਰਦੀ ਆ ਕਿ ਅਸੀਂ ਰਾਜਨੀਤਿਕ ਦੇ ਵਿੱਚ ਜਾਣਾ। ਠੀਕ ਹੈ ਜੀ, ਅਤੇ ਜਿਹੜੀ ਕੀ ਕਰਦੀ ਆ ਬੇਟਾ, ਸਰਕਾਰ ਨੂੰ ਚਲਾਉਂਦੀ ਹੈ ਇਹ ਪਾਰਟੀ। ਠੀਕ ਹੈ ਜੀ, ਅਗਰ ਇਹਨੂੰ ਚੂਜ਼ ਕਰ ਲਿਆ ਜਾਵੇ, ਅਗਰ ਇਹ ਇਲੈਕਟ ਹੋ ਜੇ, ਆ ਪਾਵਰ 'ਚ ਆ ਜੇ। ਇਨ ਅ ਡੈਮੋਕ੍ਰੇਸੀ ਦੇਅਰ ਆਰ ਮੈਨੀ ਪੋਲੀਟੀਕਲ ਪਾਰਟੀਜ਼। ਕੀ ਕਹਿੰਦੇ ਆ, ਜਿਹੜੀ ਡੈਮੋਕ੍ਰੇਸੀ ਹੁੰਦੀ ਆ ਮਤਲਬ ਸਰਕਾਰ ਹੁੰਦੀ ਹੈ, ਇਹਦੇ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ। ਐਵਰੀ ਪੋਲੀਟੀਕਲ ਪਾਰਟੀ ਹੈਜ਼ ਅ ਸੈਟ ਆਫ ਵਿਊਜ਼ ਔਨ ਇੰਪੋਰਟੈਂਟ ਇਸ਼ੂਜ਼। ਕੀ ਕਹਿੰਦੇ? ਕਹਿੰਦੇ ਹਰ ਇੱਕ ਜਿਹੜੀ ਰਾਜਨੀਤਿਕ ਪਾਰਟੀ ਹੁੰਦੀ ਹੈ ਉਹਦੇ ਆਪਣੇ ਸੈਟ ਆਫ ਵਿਊਜ਼ ਹੁੰਦੇ ਆ। ਠੀਕ ਹੈ ਜੀ, ਮਤਲਬ ਕਿਸੇ ਟੌਪਿਕ ਨੂੰ ਦੇਖਣ ਦਾ ਆਪਣਾ ਨਜ਼ਰੀਆ ਹੁੰਦਾ। ਕਹਿੰਦੇ ਅਲੱਗ-ਅਲੱਗ ਕਿਹੜੇ ਇਸ਼ੂਜ਼ 'ਤੇ, ਅਲੱਗ-ਅਲੱਗ ਮੈਟਰਸ 'ਤੇ। ਪਾਰਟੀਜ਼ ਆਰ ਨੋਨ ਫॉर द ਸਟੈਂਡ ਦੇ ਟੇਕ ਔਨ ਇਸ਼ੂ ਲਾਈਕ ਕੰਟਰੀਜ਼ ਫੋਰਨ ਪੋਲਿਸੀ, social issues and economic issues like inflation, loans to farmers etc। ਕਹਿੰਦੇ ਜਿਹੜੇ ਵੀ ਮਤਲਬ ਕੀ ਹੁੰਦੇ ਆ, ਇਹ ਪਾਰਟੀਜ਼ ਹੁੰਦੀਆਂ ਨੇਗੀਆਂ, ਇਹਨਾਂ ਦੇ ਅਲੱਗ-ਅਲੱਗ ਸਟੈਂਡ ਮਤਲਬ ਅਲੱਗ-ਅਲੱਗ ਇਸ਼ੂਜ਼ ਹੁੰਦੇ ਆ। ਜਿਵੇਂ ਕੰਟਰੀ ਦੀ ਕੋਈ ਫੋਰਨ ਪੋਲਿਸੀ ਆ, ਉਹਦੇ ਲਈ ਇਹਨਾਂ ਦੇ ਅਲੱਗ ਕੀ ਹੁੰਦੇ ਆ, ਇਸ਼ੂਜ਼ ਹੁੰਦੇ ਆ, ਉਹ 'ਤੇ ਇਹ ਅਲੱਗ ਸਮਝੌਤਾ ਕਰਦੇ ਆ। ਠੀਕ ਹੈ ਜੀ, ਕੋਈ ਵੀ ਧਾਰਮਿਕ ਇਸ਼ੂ ਹੁੰਦਾ, ਕੋਈ ਵੀ ਧਾਰਮਿਕ ਮੈਟਰ ਸਾਹਮਣੇ ਆਉਂਦਾ ਤਾਂ ਉਹਦੇ ਲਈ ਇਹ ਅਲੱਗ ਸਟੈਂਡ ਲੈਂਦੇ ਆ। ਕੋਈ ਸੋਸ਼ਲ ਫੈਕਟਰ ਆ, ਕੋਈ ਮਤਲਬ ਸਮਾਜ ਦੇ ਵਿੱਚ ਕੋਈ ਵੀ ਸਮਾਜਿਕ ਤੌਰ 'ਤੇ ਕੋਈ ਮਤਲਬ ਇਸ਼ੂ ਕ੍ਰੀਏਟ ਹੁੰਦਾ, ਉਹਦੇ ਲਈ ਇਹਨਾਂ ਦਾ ਅਲੱਗ ਆਪਣਾ ਫੈਸਲਾ ਹੁੰਦਾ, ਅਲੱਗ ਧਾਰਨਾਵਾਂ ਹੁੰਦੀਆਂ ਨੇ। ਠੀਕ ਹੈ ਜੀ, ਇਹਦੀ ਇਕੋਨਮੀ ਨੂੰ ਲੈ ਕੇ ਕੋਈ ਅਲੱਗ ਧਾਰਨਾਵਾਂ ਹੁੰਦੀਆਂ ਨੇਗੀਆਂ। ਠੀਕ ਹੈ ਜੀ, ਇਕੋਨਮੀ ਦੇ ਵਿੱਚ ਕਿਵੇਂ, ਜਿਵੇਂ ਹੁਣ ਫਾਰਮਰਸ ਵਗੈਰਾ ਨੂੰ ਲੋਨ ਪ੍ਰੋਵਾਈਡ ਕਰਵਾਉਣਾ, ਐਗਜ਼ਿਟ, ਇਹ ਸਾਰੇ ਕੀ ਹੁੰਦੇ ਆ, ਇਹਨਾਂ ਦੇ ਲਈ ਆਪਣੀਆਂ ਅਲੱਗ-ਅਲੱਗ ਧਾਰਨਾ ਹੁੰਦੀਆਂ ਨੇ। A person support the party which has the view most acceptable to him or her। ਕੀ ਕਹਿੰਦੇ ਆ? ਕਹਿੰਦੇ ਜਦੋਂ ਆਪਾਂ ਵੋਟ ਪਾਉਂਦੇ ਹਾਂ ਕਿਸੇ ਪਰਸਨ ਨੂੰ ਬੇਟਾ, ਆਪਾਂ ਸਪੋਰਟ ਕਰ ਰਹੇ ਹਾਂ। ਠੀਕ ਹੈ ਜੀ, ਤਾਂ ਉਸ ਟਾਈਮ 'ਤੇ ਆਪਾਂ ਇਹ ਦੇਖਦੇ ਹਾਂ ਕਿ ਜਿਹੜੀ ਵੀ ਮਤਲਬ ਜਿਹੜੀ ਵੀ ਪਾਰਟੀ ਨੂੰ ਆਪਾਂ ਚੂਜ਼ ਕਰ ਰਹੇ ਹਾਂ, ਠੀਕ ਹੈ ਜੀ, ਉਹਦੇ ਜਿਹੜੇ ਵਿਊਜ਼ ਹੁੰਦੇ ਆ ਉਹ ਆਪਣੇ ਵਿਊਜ਼ ਨਾਲ ਕੀ ਹੁੰਦੇ ਆ, ਮੈਚ ਕਰਦੇ ਹੁੰਦੇ ਆ, ਆਪਾਂ ਉਹਨੂੰ ਅਸੈਪਟ ਕਰਦੇ ਹਾਂ। ਜਿਹੜੀ ਪਾਰਟੀ ਸਭ ਤੋਂ ਜ਼ਿਆਦਾ ਵਿਊਜ਼ ਆਪਣੇ ਨਾਲ ਮਿਲਦੇ ਆ ਉਹਨੂੰ ਆਪਾਂ ਕੀ ਕਰ ਲੈਂਦੇ ਹਾਂ, ਚੂਜ਼ ਕਰ ਲੈਂਦੇ ਹਾਂ, ਉਹਨੂੰ ਆਪਾਂ ਅਸੈਪਟ ਕਰਦੇ ਹਾਂ। ਕਹਿੰਦੇ ਕੰਟਰੀਜ਼ ਅਰਾਊਂਡ ਦਾ ਵਰਲਡ ਹੈਵ ਡਿਫਰੈਂਟ ਪਾਰਟੀ ਸਿਸਟਮ। ਹੁਣ ਜਿੰਨੀਆਂ ਵੀ ਕੰਟਰੀਜ਼ ਨੇ, ਜਿੰਨੇ ਵੀ ਦੇਸ਼ ਨੇਗੇ ਸੰਸਾਰ ਦੇ ਵਿੱਚ, ਉਹਨਾਂ ਦੇ ਵਿੱਚ ਅਲੱਗ-ਅਲੱਗ ਪਾਰਟੀ ਸਿਸਟਮ ਹੁੰਦਾ ਬੇਟਾ। ਕਹਿੰਦੇ ਸਮ ਲਾਈਕ ਚਾਈਨਾ ਹੈਵ ਅ ਸਿੰਗਲ ਪਾਰਟੀ ਸਿਸਟਮ। ਜਿਵੇਂ ਕੁਛ ਕੁ ਕੰਟਰੀਆਂ ਨੇਗੀਆਂ, ਜਿਵੇਂ ਇਹਨਾਂ ਨੇ ਚਾਈਨਾ ਦੀ ਉਦਾਹਰਨ ਲਈ ਆ, ਇਹਦੇ ਵਿੱਚ ਸਿੰਗਲ ਪਾਰਟੀ ਸਿਸਟਮ ਹੁੰਦਾ। ਕੀ ਕਹਿੰਦੇ ਆ? ਕਹਿੰਦੇ ਹੇਅਰ ਦ ਪੀਪਲ ਆਫ ਦ ਕੰਟਰੀ ਹੈਵ ਅ ਲਿਮਿਟਡ ਚੋਇਸ ਆਫ ਕੈਂਡੀਡੇਟਸ। ਕਿ ਇੱਥੇ ਜਿਹੜੇ ਲੋਕ ਹੁੰਦੇ ਆ, ਮਤਲਬ ਦੇਸ਼ ਦੇ ਜਿਹੜੇ ਨਾਗਰਿਕ ਹੁੰਦੇ ਆ,
ਉਹਨਾਂ ਨੂੰ ਕੀ ਹੁੰਦੀ ਆ, ਮਤਲਬ ਥੋੜ੍ਹੇ ਜਿਹੇ ਉਮੀਦਵਾਰ ਉੱਥੇ ਹੁੰਦੇ ਆ ਜਿਨ੍ਹਾਂ ਨੇ ਕੀ ਕਰਨਾ ਹੁੰਦਾ, ਸਰਕਾਰ ਚਲਾਉਣੀ ਹੁੰਦੀ ਆ, ਜਿਹੜੇ ਵੋਟਾਂ 'ਚ ਖੜੇ ਹੁੰਦੇ ਆ, ਤਾਂ ਲੋਕਾਂ ਲਈ ਚੋਇਸ ਘੱਟ ਹੁੰਦੀ ਆ, ਮਤਲਬ ਉਹਨਾਂ ਦੇ ਵਿੱਚੋਂ ਹੀ ਉਹਨਾਂ ਨੂੰ ਚੂਜ਼ ਕਰਨਾ ਪੈਂਦਾ ਹੈ। ਹੁਣ ਜੇ ਘੱਟ ਕੈਂਡੀਡੇਟ ਹੋਣਗੇ, ਠੀਕ ਹੈ ਜੀ, ਤਾਂ ਉਹਨਾਂ 'ਚ ਚੂਜ਼ ਕਰ ਮਤਲਬ ਉਹਨਾਂ ਨੂੰ ਚੂਜ਼ ਤਾਂ ਕਰਨਾ ਪਊਗਾ। ਜੇ ਜ਼ਿਆਦਾ ਹੋਣਗੇ ਤਾਂ ਉਹਨਾਂ ਦੀ ਚੋਇਸ ਵੱਧ ਜੂਗੀ, ਆਪਣੀ ਪਸੰਦ ਵੱਧ ਜੂਗੀ ਕਿ ਉਹ ਹੋਰ ਦੂਜਿਆਂ ਨੂੰ ਵੀ ਚੂਜ਼ ਕਰ ਸਕਦੇ ਆ। ਆਲ ਦਾ ਕੈਂਡੀਡੇਟ ਆਰ ਫਰੋਮ ਦਾ ਸੇਮ ਪਾਰਟੀ, ਠੀਕ ਹੈ ਜੀ, ਜਿੰਨੇ ਵੀ ਕੈਂਡੀਡੇਟ ਜਿੰਨੇ ਵੀ ਉਮੀਦਵਾਰ ਹੁੰਦੇ ਆ, ਮਤਲਬ ਇੱਕੋ ਹੀ ਪਾਰਟੀ ਨੇ ਅਲੱਗ ਅਲੱਗ ਉਮੀਦਵਾਰ ਖੜੇ ਕਰੇ ਹੁੰਦੇ ਆ, ਠੀਕ ਹੈ ਜੀ। ਐਂਡ ਦਾ ਪਾਰਟੀ ਹੈਜ਼ tremendous power which it can at times misuse to crush the freedom of people। ਹਾਂਜੀ, tremendous ਦਾ ਮੀਨਿੰਗ ਹੁੰਦਾ ਬੇਟਾ ਬਹੁਤ ਜ਼ਿਆਦਾ, ਮਤਲਬ ਹਿਊਜ ਅਮਾਊਂਟ ਦੇ ਵਿੱਚ, ਕਹਿੰਦੇ ਬਹੁਤ ਜ਼ਿਆਦਾ ਪਾਵਰ ਹੁੰਦੀ ਆ ਜਿਹੜੀ ਪਾਰਟੀ ਹੁੰਦੀ ਆ, ਠੀਕ ਹੈ ਜੀ। ਤਾਂ ਇਹ ਕੀ ਕਰ ਸਕਦੀ ਹੈ, ਕਹਿੰਦੇ ਮਿਸਯੂਜ਼ ਕਰਦੀ ਆ ਇਸ ਪਾਵਰ ਦਾ। ਮਿਸਯੂਜ਼ ਕਿੱਦਾਂ ਕਰਦੀ ਹੈ, ਜਿਵੇਂ ਲੋਕਾਂ ਨੂੰ ਫਰੀਡਮ ਦੇਣੀ ਹੁੰਦੀ ਹੈ ਗੌਰਮੈਂਟ ਨੇ, ਮਤਲਬ ਜਿੱਥੇ ਜਿੰਨੀਆਂ ਜ਼ਿਆਦਾ ਪਾਰਟੀਜ਼ ਹੋਣਗੀਆਂ ਉਸ ਕੰਟਰੀ 'ਚ ਜ਼ਿਆਦਾ ਫਰੀਡਮ ਹੋਊਗੀ। ਹੁਣ ਇੱਥੇ ਮਤਲਬ ਕੀ ਆ, ਪਾਰਟੀ ਉਹ ਇੱਕ ਹੈ ਤਾਂ ਉਹ ਜਿੱਦਾਂ ਚਾਹੇ, ਠੀਕ ਹੈ ਜੀ, ਉੱਦਾਂ ਕੀ ਕਰ ਸਕਦੀ ਹੈ, ਰਾਜ ਕਰ ਸਕਦੀ ਹੈ, ਠੀਕ ਹੈ ਜੀ। ਤਾਂ ਕਹਿੰਦੇ ਜਦੋਂ ਇੱਕ ਪਾਰਟੀ ਆਉਂਦੀ ਆ ਤਾਂ ਕੀ ਹੋ ਜਾਂਦੀ ਆ, ਲੋਕਾਂ ਦੀ ਜਿਹੜੀ ਫਰੀਡਮ ਆ ਉਹ ਕਿਤੇ ਨਾ ਕਿਤੇ ਦੱਬ ਜਾਂਦੀ ਆ। ਨੈਕਸਟ ਹੈ ਜੀ, ਸਮ ਕੰਟਰੀਜ਼ ਲਾਈਕ ਦਾ ਯੂਨਾਈਟਡ ਸਟੇਟ ਆਫ ਅਮਰੀਕਾ। ਹਾਂਜੀ, ਕਹਿੰਦੇ ਕੁਛ ਕੁ ਕੰਟਰੀਜ਼ ਇੱਦਾਂ ਦੀਆਂ ਹੁੰਦੀਆਂ ਨੇ, ਕੁਛ ਕੁ ਦੇਸ਼ ਇੱਦਾਂ ਦੇ ਹੁੰਦੇ ਆ, ਜਿਵੇਂ ਯੂਨਾਈਟਡ ਸਟੇਟ ਹੈ ਅਮਰੀਕਾ ਦੀ ਇਹ ਗੱਲ ਕਰ ਰਹੇ ਨੇ, ਐਂਡ ਦਾ ਯੂਨਾਈਟਡ ਕਿੰਗਡਮ, ਅਤੇ ਯੂਨਾਈਟਡ ਕਿੰਗਡਮ ਦੀ ਗੱਲ ਕਰ ਰਹੇ ਨੇ ਯੂਕੇ ਦੀ। ਇੱਥੇ ਕਹਿੰਦੇ 2 ਪਾਰਟੀ ਸਿਸਟਮ ਹੁੰਦਾ, ਠੀਕ ਹੈ ਜੀ, ਮਤਲਬ ਇੱਥੇ 2 ਪਾਰਟੀਜ਼ ਹੁੰਦੀਆਂ ਨੇ। ਇਨ ਦਾ USA, ਮਤਲਬ ਕੀ ਕਹਿ ਰਹੇ, ਕਹਿੰਦੇ USA ਦੇ ਵਿੱਚ ਕੀ ਹੁੰਦਾ, ਪੀਪਲ ਚੂਜ਼ ਕੈਂਡੀਡੇਟ ਫਰੋਮ ਆਈਦਰ ਦਾ ਡੈਮੋਕ੍ਰੇਟਿਕ ਪਾਰਟੀ ਔਰ ਦਾ ਰਿਪਬਲਿਕਨ ਪਾਰਟੀ। ਹਾਂਜੀ, ਇੱਥੇ ਸਿਰਫ 2 ਪਾਰਟੀਜ਼ ਨੇ, ਲੋਕਾਂ ਨੇ ਇਹਨਾਂ ਦੋਵਾਂ ਦੇ ਵਿੱਚੋਂ ਹੀ ਇੱਕ ਚੂਜ਼ ਕਰਨੀ ਆ। The electorate selects a party based on the stand the party take on different issues। ਇਲੈਕਟੋਰੇਟ ਹੁੰਦੇ ਆ ਬੇਟਾ ਜਿਹੜੇ ਵੋਟਰ ਹੁੰਦੇ ਆ, ਠੀਕ ਹੈ ਜੀ, ਕਹਿੰਦੇ ਉਹਨਾਂ ਨੇ ਇੱਕ ਪਾਰਟੀ ਨੂੰ ਚੂਜ਼ ਕਰਨਾ ਹੁੰਦਾ, ਉਹ ਵਾਲੀ ਪਾਰਟੀ ਨੂੰ ਚੂਜ਼ ਕਰਦੇ ਆ ਜਿਹੜੀ ਕੀ ਕਰਦੀ ਹੈ ਬੇਟਾ, ਮਤਲਬ ਵਧੀਆ ਸਟੈਂਡ ਲੈਂਦੀ ਹੈ ਕਿਸੇ ਵੀ ਇਸ਼ੂ ਦੇ ਉੱਪਰ, ਠੀਕ ਹੈ ਜੀ। ਇੱਥੇ ਲੋਕ ਕੀ ਦੇਖਦੇ ਆ, ਮਤਲਬ ਕਿਹੜੀ ਪਾਰਟੀ ਕਿੱਦਾਂ ਸਟੈਂਡ ਲੈ ਰਹੀ ਹੈ ਅਗਰ ਕੋਈ ਇਸ਼ੂ ਕ੍ਰੀਏਟ ਹੋ ਜਾਂਦਾ। ਕੰਟਰੀਜ਼ ਲਾਈਕ ਇੰਡੀਆ ਹੈਵ ਅ ਮਲਟੀ ਪਾਰਟੀ ਸਿਸਟਮ। ਕਹਿੰਦੇ ਹੁਣ ਜਿਵੇਂ ਭਾਰਤ ਆ, ਇੱਥੇ ਕੀ ਆ, ਮਲਟੀ ਪਾਰਟੀ ਸਿਸਟਮ ਆ। ਮਲਟੀ ਪਾਰਟੀ ਸਿਸਟਮ ਮਤਲਬ ਬਹੁਤ ਜ਼ਿਆਦਾ ਪਾਰਟੀਜ਼ ਨਹੀਂ ਆ। ਹੇਅਰ ਦਾ ਇਲੈਕਟੋਰੇਟ ਕੈਨ ਚੂਜ਼ ਫਰੋਮ ਸੈਵਰਲ ਪਾਰਟੀਜ਼। ਇੱਥੇ ਜਿਹੜੇ ਵੋਟਰ ਨੇਗੇ ਉਹ ਕਾਫੀ ਸਾਰੀਆਂ ਪਾਰਟੀਜ਼ ਤੋਂ ਇੱਕ ਪਾਰਟੀ ਚੂਜ਼ ਕਰਦੇ ਆ, ਈਚ ਵਿਦ ਇਟਸ ਓਨ ਏਜੰਡਾ ਔਰ ਪਲਾਨ ਆਫ ਐਕਸ਼ਨਸ ਔਰ ਟੈਕਲਿੰਗ ਇਸ਼ੂ ਫੇਸਿੰਗ ਦਾ ਨੇਸ਼ਨ। ਕੀ ਕਹਿੰਦੇ ਆ ਜੀ, ਕਹਿੰਦੇ ਹਰ ਇੱਕ ਜਿਹੜੀ ਪਾਰਟੀ ਆ ਉਹਦਾ ਆਪਣਾ ਏਜੰਡਾ ਹੈ, ਕੰਮ ਕਰਨ ਦਾ ਵੇ ਅਲੱਗ ਆ, ਠੀਕ ਹੈ ਜੀ। ਉਹਦੇ ਕੀ ਨੇ, ਮਤਲਬ ਜਿਹੜੇ ਪਲਾਨ ਉਹ ਬਣਾਉਂਦੀ ਆ ਕਿਸੇ ਕੰਮ ਨੂੰ ਲੈ ਕੇ, ਜਿਹੜੀਆਂ ਵੀ ਯੋਜਨਾਵਾਂ ਉਹ ਬਣਾਉਂਦੀ ਆ ਉਹ ਅਲੱਗ ਨੇਗੀਆਂ, ਠੀਕ ਹੈ ਜੀ। ਕੋਈ ਇਸ਼ੂ ਕ੍ਰੀਏਟ ਹੋ ਗਿਆ, ਕੋਈ ਮੈਟਰ ਹੋ ਗਿਆ ਕੰਟਰੀ ਦੇ ਵਿੱਚ, ਉਹਨੂੰ ਕਿੱਦਾਂ ਉਹਨਾਂ ਨੇ ਟੈਕਲ ਕਰਨਾ, ਉਹਨੂੰ ਕਿੱਦਾਂ ਹੈਂਡਲ ਕਰਨਾ, ਉਹਦੇ ਲਈ ਹਰ ਇੱਕ ਦੇ ਲਈ ਇਹਨਾਂ ਦੇ ਕੀ ਹੁੰਦੇ ਆ, ਮਤਲਬ ਅਲੱਗ-ਅਲੱਗ ਵਿਊਜ਼ ਹੁੰਦੇ ਨੇ, ਤਾਂ ਪੀਪਲ ਇਹਨਾਂ ਵਿਊਜ਼ ਨੂੰ ਵੇਖਦੇ ਹੋਏ ਇਹਨਾਂ ਨੂੰ ਚੂਜ਼ ਕਰਦੇ ਆ। ਇਨ ਇੰਡੀਆ ਦੇਅਰ ਆਰ 2 ਗਰੁੱਪ ਆਫ ਪਾਰਟੀਜ਼। ਹੁਣ ਜਿਹੜੀਆਂ ਭਾਰਤ ਦੇ ਵਿੱਚ ਪਾਰਟੀਜ਼ ਨੇ ਉਹਨੂੰ 2 ਗਰੁੱਪਾਂ 'ਚ ਡਿਵਾਈਡ ਕਰਤਾ। ਇੱਕ ਤਾਂ ਹੈਗੀ ਆ ਬੇਟਾ ਨੈਸ਼ਨਲ, ਇੱਕ ਹੈਗੀ ਆ ਰੀਜਨਲ। ਕਹਿੰਦੇ ਜਿਹੜੀ ਨੈਸ਼ਨਲ ਪਾਰਟੀਜ਼ ਨੇ, ਨੈਸ਼ਨਲ ਪਾਰਟੀਜ਼ ਹੈਵ ਅ ਬੇਸ ਇਨ 4 ਔਰ ਮੋਰ ਸਟੇਟਸ। ਤਾਂ ਇਹਦੇ ਕੋਲ ਬੇਸ ਕਿੱਥੇ ਹੁੰਦਾ, 4 ਸਟੇਟਾਂ ਦੇ ਵਿੱਚ ਹੁੰਦਾ ਜਾਂ ਇਸ ਤੋਂ ਜ਼ਿਆਦਾ ਹੁੰਦਾ। ਬਟ ਜਿਹੜੀ ਰੀਜਨਲ ਪਾਰਟੀਜ਼ ਨੇਗੀਆਂ, ਠੀਕ ਹੈ ਜੀ, ਉਹ ਕੀ ਕਰਦੀਆਂ ਨੇ, ਕਿੱਥੇ ਇਲੈਕਸ਼ਨਸ ਲੜਦੀਆਂ ਨੇਗੀਆਂ, ਮੇਨਲੀ ਫਰੋਮ ਦੇਅਰ ਰਿਪਰਜੈਂਟੇਟਿਵ ਸਟੇਟ ਔਰ ਰਿਲੀਜਨਸ। ਮਤਲਬ ਉਹ ਆਪਣੀ ਖੇਤਰ ਤੋਂ ਜਾਂ ਫਿਰ ਆਪਣੇ ਸਟੇਟ ਤੋਂ, ਆਪਣੇ ਪ੍ਰਾਂਤ ਤੋਂ, ਆਪਣੇ ਸੂਬੇ ਤੋਂ ਲੜ ਰਹੀਆਂ ਨੇ। Regional parties are important as they are concerned with the welfare of their state or community and they know their needs best। ਕਹਿੰਦੇ ਜਿਹੜੀਆਂ ਰੀਜਨਲ ਪਾਰਟੀਜ਼ ਹੁੰਦੀਆਂ ਨੇ, ਹੁਣ ਰਜੇ ਜਿੱਥੇ ਇੱਕ ਪਰਸਨ ਰਹੂਗਾ ਉਹਨੂੰ ਫੇਰ ਹੀ ਪਤਾ ਲੱਗੂ ਨਾ ਵੀ ਇੱਥੋਂ ਦੇ ਲੋਕ ਨੇ ਜਿਹੜੇ, ਇਹਨਾਂ ਦੀਆਂ ਕੀ ਪ੍ਰੋਬਲਮਸ ਨੇ, ਠੀਕ ਹੈ ਜੀ, ਕਿਹੜੀਆਂ ਪ੍ਰੋਬਲਮਸ ਇਹ ਫੇਸ ਕਰ ਰਹੇ ਆ, ਕੀ ਇਹਨਾਂ ਦੀਆਂ ਨੀਡਸ ਨੇਗੀਆਂ,
ਠੀਕ ਹੈ ਜੀ। ਤਾਂ ਕਹਿੰਦੇ ਇਹ ਵਾਲੀ ਪਾਰਟੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਕਿਉਂਕਿ ਇਹਨਾਂ ਨੂੰ ਲੋਕਾਂ ਦੀ ਭਲਾਈ ਦੇ ਲਈ ਜੋ ਵੀ ਕੁਝ ਕਰਨਾ ਹੁੰਦਾ ਹੈ, ਮਤਲਬ ਉਸ ਜਗ੍ਹਾ 'ਤੇ ਰਹਿ ਕੇ ਇਹਨਾਂ ਨੇ ਮਹਿਸੂਸ ਕੀਤਾ ਹੁੰਦਾ ਉਹ ਕਮਿਊਨਿਟੀ ਨੂੰ ਕੀ ਜ਼ਰੂਰਤ ਆ। ਕਹਿੰਦੇ ਥੋ ਦੀਜ਼ ਰੀਜਨਲ ਪਾਰਟਨਰਸ ਦੀ ਸੈਂਟਰਲ ਗੌਰਮੈਂਟ ਗੈਟਸ ਟੂ ਅੰਡਰਸਟੈਂਡ ਦਾ ਸਿਚੁਏਸ਼ਨ ਇਨ ਦਾ ਰੀਜਨ। ਕਹਿੰਦੇ ਇਸ ਤਰ੍ਹਾਂ ਜਦੋਂ ਸਰਕਾਰ ਹੈ ਜਿਹੜੀ ਇੱਕ ਰੀਜਨਲ ਲੈਵਲ 'ਤੇ ਬਣਦੀ ਹੈ, ਇੱਕ ਖੇਤਰ ਦੇ ਵਿੱਚ ਬੇਟਾ ਬਣਦੀ ਆ, ਤਾਂ ਜਿਹੜੀ ਸੈਂਟਰ ਦੀ ਸਰਕਾਰ ਹੁੰਦੀ ਆ, ਉੱਪਰਲੀ ਸਰਕਾਰ ਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਉੱਥੋਂ ਦੇ ਲੋਕਾਂ ਦੀਆਂ ਪ੍ਰੋਬਲਮਸ ਕੀ ਨੇਗੀਆਂ, ਕਿਉਂਕਿ ਇਹ ਜਿਹੜੇ ਕੈਂਡੀਡੇਟ ਹੁੰਦੇ ਆ ਜਦੋਂ ਇਹ ਪਾਰਲੀਮੈਂਟ 'ਚ ਬੈਠਦੇ ਆ ਤਾਂ ਇਹ ਮਤਲਬ ਕੀ ਆ ਆਪਣੇ ਖੇਤਰ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਉਂਦੇ ਆ। ਪੋਲੀਟੀਕਲ ਪਾਰਟੀਜ਼ ਆਰ ਦੀ ਲਾਈਫ ਲਾਈਨ ਆਫ ਇੰਡੀਅਨ ਡੈਮੋਕ੍ਰੇਸੀ। ਹਾਂਜੀ, ਕਿ ਜਿਹੜੀ ਭਾਰਤ ਦੀ ਡੈਮੋਕ੍ਰੇਸੀ ਆ, ਭਾਰਤ ਦੀ ਲੋਕਾਂ ਦੀ ਜਿਹੜੀ ਸਰਕਾਰ ਆ, ਉਹਦੇ ਵਿੱਚ ਕੀ ਆ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਇਹਦੀ ਲਾਈਫ ਲਾਈਨ ਨੇ। ਮੇਨ ਕੀ ਨੇਗੀਆਂ ਪੋਲੀਟੀਕਲ ਪਾਰਟੀਜ਼ ਨੇ। ਈਚ ਪਾਰਟੀ ਹੈਜ਼ ਅ ਡਿਫਰੈਂਟ ਆਈਡੀਓਲੋਜੀ, ਡਿਫਰੈਂਟ ਬੈਕਗਰਾਊਂਡ, ਵਿਊਜ਼ ਔਨ ਇਸ਼ੂਜ਼ ਐਂਡ ਈਚ ਐਸਪਾਇਰ ਟੂ ਫਾਰਮ ਦਾ ਗੌਰਮੈਂਟ। ਕਹਿੰਦੇ ਹਰ ਇੱਕ ਜਿਹੜੀ ਰਾਜਨੀਤਿਕ ਪਾਰਟੀ ਹੈ ਉਹਦੀ ਡਿਫਰੈਂਟ ਆਈਡੀਓਲੋਜੀ ਹੈ, ਡਿਫਰੈਂਟ ਵੇਜ਼ ਨੇਗੇ ਆਪਣੇ, ਡਿਫਰੈਂਟ ਉਹਦਾ ਬੈਕਗਰਾਊਂਡ ਹੈ, ਅਲੱਗ-ਅਲੱਗ ਜਗ੍ਹਾ ਤੋਂ ਉਹ ਕੀ ਕਰਦੀ ਆ ਬਿਲੋਂਗ ਕਰ ਰਹੀ ਹੈ, ਅਲੱਗ-ਅਲੱਗ ਉਹਦੇ ਕੀ ਹੁੰਦੇ ਆ ਬੇਟਾ ਵਿਊਜ਼ ਹੁੰਦੇ ਆ ਕਿਸੇ ਇਸ਼ੂ ਨੂੰ ਲੈ ਕੇ, ਅਲੱਗ-ਅਲੱਗ ਵਿਚਾਰ ਹੁੰਦੇ ਆ। ਠੀਕ ਹੈ ਜੀ। ਇਹ ਸਾਰਾ ਕੁਛ ਕੀ ਕਰਦਾ ਉਹਨਾਂ ਨੂੰ ਸਰਕਾਰ ਚਲਾਉਣ ਦੇ ਵਿੱਚ ਵਧੀਆ ਵੇ ਦੇ ਨਾਲ ਹੈਲਪ ਕਰਦਾ ਹੈ। ਹਾਊ ਦਾ ਨੇਸ਼ਨ ਫੇਅਰਸ ਡਿਪੈਂਡ ਔਨ ਹਾਊ ਦਾ ਪੋਲੀਟੀਕਲ ਪਾਰਟੀਜ਼ ਇਨ ਪਾਵਰ ਲੀਡ ਇਟ। ਕਹਿੰਦੇ ਜਿਹੜਾ ਨੇਸ਼ਨ ਆ, ਠੀਕ ਹੈ ਜੀ, ਉਹਦਾ ਮਤਲਬ ਭਲਾਈ ਉਹਦੀ ਤਾਂ ਹੀ ਹੋਊਗੀ, ਵਧੀਆ ਵੇ ਨਾਲ ਉਹ ਤਾਂ ਹੀ ਚੱਲੂਗਾ ਜੇਕਰ ਜਿਹੜੀਆਂ ਉਹਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇਗੀਆਂ, ਠੀਕ ਹੈ ਜੀ, ਉਹ ਲੀਡ ਕਰਨਗੀਆਂ, ਉਹਦੀਆਂ ਸ਼ਕਤੀਆਂ ਨੇ ਜਿਹੜੀਆਂ ਅੱਗੇ ਜਾਣਗੀਆਂ, ਅੱਗੇ ਵਧਣਗੀਆਂ। ਪੋਲੀਟੀਕਲ ਪਾਰਟੀਜ਼ ਹੈਡ ਅ ਗ੍ਰੇਟ ਰਿਸਪੋਂਸਿਬਿਲਿਟੀ ਇਨ ਐਨਾਲਾਈਜ਼ਿੰਗ ਦੀ ਪ੍ਰੋਬਲਮ ਫੇਸਡ ਬਾਈ ਦਾ ਨੇਸ਼ਨ ਐਂਡ ਸੋਲਵਿੰਗ ਦੈਮ। ਕਹਿੰਦੇ ਕੋਈ ਵੀ ਮੰਨ ਲਓ ਪੋਲੀਟੀਕਲ ਪਾਰਟੀ ਆ, ਠੀਕ ਹੈ ਜੀ, ਉਹਦੀ ਸਭ ਤੋਂ ਵੱਡੀ ਰਿਸਪੋਂਸਿਬਿਲਿਟੀ ਕੀ ਹੁੰਦੀ ਹੈ ਬੇਟਾ, ਸਭ ਤੋਂ ਜਿਹੜੀ ਕੀ ਆ ਪ੍ਰਾਇਓਰਟੀ ਦੇ ਵਿੱਚ ਰਿਸਪੋਂਸਿਬਿਲਿਟੀ ਕੀ ਆ ਉਹਨਾਂ ਦੀ, ਕਿ ਜਿਹੜੀਆਂ ਵੀ ਪ੍ਰੋਬਲਮਸ ਕੋਈ ਨੇਸ਼ਨ ਕੋਈ ਦੇਸ਼ ਕੀ ਕਰ ਰਿਹਾ ਫੇਸ ਕਰ ਰਿਹਾ, ਠੀਕ ਹੈ ਜੀ, ਉਹਨਾਂ ਨੇ ਕੀ ਕਰਨਾ ਹੁੰਦਾ ਐਨਾਲਾਈਜ਼ ਕਰਨਾ ਹੁੰਦਾ। ਐਨਾਲਾਈਜ਼ ਦਾ ਮਤਲਬ ਕੀ ਹੁੰਦਾ ਕਿ ਉਹਨੂੰ ਪਛਾਣਨਾ ਹੁੰਦਾ, ਠੀਕ ਹੈ ਜੀ, ਕਿ ਦੇਸ਼ ਕਿਹੜੀ ਪ੍ਰੋਬਲਮ ਫੇਸ ਕਰ ਰਿਹਾ ਅਤੇ ਉਹਨੂੰ ਕੀ ਕਰਨਾ ਹੁੰਦਾ ਬੇਟਾ ਸੋਲਵ ਕਰਨਾ ਹੁੰਦਾ, ਉਹਨੂੰ ਸੁਲਝਾਉਣਾ ਹੁੰਦਾ ਹੈ।